ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਹੋ। ਅੱਜ ਦਾ ਇੱਕ ਖਾਸ ਦਿਹਾੜਾ ਆ। ਇਸ ਖਾਸ ਦਿਹਾੜੇ ਨੂੰ ਸਾਡੇ ਪੂਰੇ ਦੁਨੀਆ ਦੇ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਇਹ ਸਮਰਪਿਤ ਆ। 1 ਮਈ ਜਿਹੜਾ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ਤੇ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ। ਮੈਂ ਅੱਜ ਦੇਸ਼ ਵਿਦੇਸ਼ ਦੇ ਵਿੱਚ ਵਸੇ ਸਾਡੇ ਸਮੂਹ ਮਜ਼ਦੂਰ ਭੈਣ ਭਰਾ ਜਿਹੜੇ ਕਿ ਬੜੀ ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਉਂਦੇ ਹੋਏ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ, ਮੈਂ ਉਹਨਾਂ ਨੂੰ ਸਜਦਾ ਕਰਦਾ ਹਾਂ। ਮੇਰੇ ਵੱਲੋਂ ਉਹਨਾਂ ਨੂੰ ਸਲੂਟ, ਕਿਉਂਕਿ ਬੜੀਆਂ ਕਠਿਨ ਪਰਿਸਥਿਤੀਆਂ ਦੇ ਵਿੱਚ ਉਹ ਆਪਣਾ ਕੰਮ ਕਰਦੇ ਨੇ ਔਰ ਆਪ ਘੱਟ ਖਾ ਕੇ ਵੀ ਸਾਨੂੰ ਸਾਰਿਆਂ ਨੂੰ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਦਾਨ ਕਰਦੇ ਨੇ। ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਸਾਡੇ ਜਿੰਨੇ ਵੀ ਮਜ਼ਦੂਰ ਭਰਾ ਨੇ ਪੰਜਾਬ ਦੇ ਵਿੱਚ, ਅਸੀਂ ਉਹਨਾਂ ਵਾਸਤੇ ਕੁਝ ਬਿਹਤਰ ਕਰ ਸਕੀਏ। ਡਾਕਟਰ BR ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਹੈ, ਉਹਦੇ ਵਿੱਚ ਵੀ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਸਮਾਜਵਾਦ, ਬਰਾਬਰਤਾ ਦਾ ਸਮਾਜ ਜਿਹੜਾ ਆ ਉਹ ਸਿਰਜਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਾਫੀ ਆਪਣੇ ਸਮੇਂ ਦੇ ਦੌਰਾਨ ਵੀ ਮਜ਼ਦੂਰਾਂ ਵਾਸਤੇ ਬੜੇ ਸੰਘਰਸ਼ ਕੀਤੇ। ਉਹਨਾਂ ਦੇ ਕੰਮ ਦੇ ਘੰਟੇ ਨਿਸ਼ਚਿਤ ਕਰਾਏ, ਛੁੱਟੀ ਦੇ ਪ੍ਰਾਵਧਾਨ ਕਰਾਏ। ਜਿਹੜੇ ਮਜ਼ਦੂਰ ਨੇ ਜਾਂ ਲੇਡੀਜ਼ ਨੇ ਉਹਨਾਂ ਨੂੰ ਮੈਟਰਨਿਟੀ ਲੀਵ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਉਹ ਕਰਵਾ ਕੇ ਦਿੱਤੀਆਂ। ਸੋ ਅਸੀਂ ਉਹਨਾਂ ਦੀ ਸੋਚ ਨੂੰ ਅੱਗੇ ਤੋਰਦਿਆਂ ਹੋਇਆਂ ਪੰਜਾਬ ਦੇ ਵਿੱਚ ਅਸੀਂ ਜਿਹੜਾ ਸਾਡਾ ਖਾਸ ਤੌਰ ਤੇ ਲੇਬਰ ਡਿਪਾਰਟਮੈਂਟ ਆ, ਉਹਦੇ ਵਿੱਚ ਅਸੀਂ ਪਿਛਲੇ 1 ਸਾਲ ਦੇ ਵਿੱਚ ਕੁਝ ਕੰਮ ਜਿਹੜੇ ਨੇ ਉਹ ਕੀਤੇ ਨੇ ਮਜ਼ਦੂਰ ਵਰਗ ਦੀ ਭਲਾਈ ਵਾਸਤੇ। ਜਿਹੜੀ ਐਨਰੋਲਮੈਂਟ ਕੰਸਟਰਕਸ਼ਨ ਲੇਬਰ ਦੀ 21-22 ਦੇ ਵਿੱਚ ਜਿਹੜੀ ਆ ਉਹ 16,905 ਸੀਗੀ ਸਿਰਫ, ਤੇ ਜਿਹਨੂੰ ਅਸੀਂ 22-23 ਦੇ ਵਿੱਚ ਵਧਾ ਕੇ 50,637 ਜਿਹੜਾ ਆ ਉਹ ਕੀਤਾ 1 ਸਾਲ ਦੇ ਵਿੱਚ। ਕਿਉਂਕਿ ਜਿੰਨਾ ਚਿਰ ਤੱਕ ਮਜ਼ਦੂਰ ਵਰਗ ਆਰਗੇਨਾਈਜ਼ਡ ਸੈਕਟਰ 'ਚ ਨਹੀਂ ਆਊਗਾ, ਉਹਨਾਂ ਚਿਰ ਤੱਕ ਉਹ ਸਾਰੀਆਂ ਜੋ ਬੈਨੀਫਿਟਸ ਹੁੰਦੇ ਨੇ ਗਵਰਨਮੈਂਟ ਸਕੀਮਸ ਦੇ, ਉਹ ਵੀ ਬੈਨੀਫਿਟਸ ਤੋਂ ਵਾਂਝਿਆ ਰਹਿ ਜਾਂਦੇ ਨੇ। ਸੋ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਅਨਆਰਗੇਨਾਈਜ਼ਡ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਆਰਗੇਨਾਈਜ਼ਡ ਖੇਤਰ ਦੇ ਵਿੱਚ ਲਿਆ ਕੇ ਉਹਨਾਂ ਵਾਸਤੇ ਜਿਹੜੀਆਂ ਸਹੂਲਤਾਂ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਜਾਵੇ। ਇਸ ਤੋਂ ਇਲਾਵਾ 2021-22 ਦੀ ਗੱਲ ਕਰੀਏ ਤੇ ਉਸ ਵੇਲੇ ਸਿਰਫ 33 ਕਰੋੜ ਤੇ 15 ਲੱਖ ਰੁਪਇਆ ਜਿਹੜਾ ਆ ਉਹ ਮਜ਼ਦੂਰ ਵਰਗਾਂ ਦੇ ਖਾਤਿਆਂ ਦੇ ਵਿੱਚ ਜਾਂ ਉਹਨਾਂ ਨੂੰ ਬੈਨੀਫਿਟ ਦੇ ਤੌਰ ਤੇ ਗਿਆ ਸੀਗਾ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਵੇਲੇ 102 ਕਰੋੜ 65 ਲੱਖ ਰੁਪਇਆ, ਆਲਮੋਸਟ 3 ਗੁਣਾ ਤੋਂ ਵੀ ਜਿਹੜਾ ਆ ਉਹ ਜ਼ਿਆਦਾ ਮਜ਼ਦੂਰਾਂ ਦੀ ਭਲਾਈ ਵਾਸਤੇ ਜਿਹੜਾ ਆ ਉਹ ਖਰਚਿਆ ਗਿਆ। ਅਸੀਂ ਮਜ਼ਦੂਰਾਂ ਨੂੰ ਰਜਿਸਟਰ ਕਰਨ ਵਾਸਤੇ ਆਲਮੋਸਟ ਅਸੀਂ ਪਿਛਲੇ 1 ਸਾਲ ਦੇ ਵਿੱਚ 933 ਕੈਂਪ ਲਾਏ ਨੇ, ਤੇ ਨਾਲ ਦੇ ਨਾਲ ਅਸੀਂ ਕੈਂਪ ਉੱਥੇ ਲੇਬਰ ਡਿਪਾਰਟਮੈਂਟ ਤੋਂ ਲਗਵਾ ਰਹੇ ਹਾਂ ਜਿੱਥੇ ਐਕਚੁਅਲ ਤੌਰ ਤੇ ਵਰਕਰ ਜਿਹੜਾ ਹੈ ਉਹ ਕੰਮ ਕਰ ਰਿਹਾ ਹੁੰਦਾ, ਕੰਸਟਰਕਸ਼ਨ ਜਿੱਥੇ ਚੱਲ ਰਹੀ ਹੁੰਦੀ ਹੈ। ਕਿਉਂਕਿ ਕਈ ਵਾਰੀ ਕਾਗਜ਼ਾਂ ਦੇ ਵਿੱਚ ਹੀ ਜਾ ਕੇ ਉਹ ਖਾਨਾ ਪੂਰਤੀ ਕਰ ਲਈ ਜਾਂਦੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਐਕਚੁਅਲ ਬੰਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਇਹਦਾ ਬੈਨੀਫਿਟ ਜਿਹੜਾ ਹੈ ਉਹ ਮਿਲ ਸਕੇ। ਪੰਜਾਬ ਕੀਰਤੀ ਸਹਾਇਕ ਐਪ ਅਸੀਂ ਲਾਂਚ ਕੀਤੀ ਹੋਈ ਆ। ਉਸ ਐਪ ਦੇ ਉੱਤੇ ਸਾਡੇ ਮਜ਼ਦੂਰ ਭਰਾ ਉਹਦੇ ਤੇ ਆਪਣੇ ਆਪ ਵੀ ਜਿਹੜੇ ਨੇ ਉਹ ਰਜਿਸਟਰ ਕਰਵਾ ਸਕਦੇ ਨੇ ਤਾਂ ਕਿ ਉਹ ਬੈਨੀਫਿਟਸ ਲੈ ਸਕਣ। ਇੱਕ ਮਜ਼ਦੂਰ ਵਰਗ ਵਾਸਤੇ ਇੱਕ ਬੜੀ ਖਬਰ ਮੈਂ ਪੜ੍ਹ ਰਿਹਾ ਸੀਗਾ, ਬੜੀ ਮਾੜੀ ਖਬਰ ਆ ਕਿ NCERT ਦੀ ਬੁੱਕ, ਪੋਲੀਟੀਕਲ ਸਾਇੰਸ ਦੀ ਬੁੱਕ NCERT ਦੀ, ਜਿਹਦੇ ਵਿੱਚ ਰਾਈਜ਼ ਆਫ ਪਾਪੂਲਰ ਮੂਵਮੈਂਟਸ ਦਾ ਜ਼ਿਕਰ ਸੀਗਾ, ਉਹਦੇ ਵਿੱਚ BKU ਭਾਰਤੀ ਕਿਸਾਨ ਯੂਨੀਅਨ ਦਾ ਇੱਕ ਚੈਪਟਰ ਸੀਗਾ ਕਿ ਕਿਵੇਂ ਉਹਨਾਂ ਦਾ ਇਸ ਮੂਵਮੈਂਟ ਦਾ ਰਾਈਜ਼ ਹੋਇਆ ਔਰ ਕਿਵੇਂ ਇਹ ਮੂਵਮੈਂਟ ਜਿਹੜੀ ਆ ਇਹਨੇ ਉਪਲਬਧੀਆਂ ਕੀਤੀਆਂ। ਪਰ ਬੜੀ ਬਦਕਿਸਮਤੀ ਦੇ ਨਾਲ ਕਹਿਣਾ ਪੈ ਰਿਹਾ ਕਿ NCERT ਦੀ ਉਸ ਬੁੱਕ ਦੇ ਵਿੱਚੋਂ ਇਸ ਵਾਰ ਜਿਹੜਾ ਆ ਇਹ ਚੈਪਟਰ ਡਿਲੀਟ ਕਰ ਦਿੱਤਾ ਗਿਆ ਪੋਲੀਟੀਕਲ ਸਾਇੰਸ ਦੀ ਬੁੱਕ ਦੇ ਵਿੱਚੋਂ। ਜਿਹੜਾ ਕਿ ਦੇਖੋ ਮੂਵਮੈਂਟਸ ਚੱਲਦੀਆਂ ਨੇ। ਮੈਂ ਜਦੋਂ 3 ਖੇਤੀ ਕਾਨੂੰਨ ਬਣੇ ਸੀਗੇ ਉਦੋਂ ਵੀ BKU ਨੇ, ਸਾਡੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਲੜਾਈਆਂ ਲੜ ਕੇ ਇਹ 3 ਖੇਤੀ ਕਾਨੂੰਨ ਵਾਪਸ ਕਰਵਾਏ ਸੀਗੇ ਔਰ ਉਸ ਤੋਂ ਬਾਅਦ ਇਹ NCERT ਦੀ ਬੁੱਕ ਦੇ ਵਿੱਚੋਂ ਇਹ ਚੈਪਟਰ ਨੂੰ ਜਾਂ ਇਹ ਲਾਈਨਾਂ ਨੂੰ ਖਤਮ ਕਰਨਾ ਜਿਹੜਾ ਮੈਂ ਸਮਝਦਾ ਬੜਾ
ਮੰਦਭਾਗਾ ਆ, ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਆ ਉਹਨੂੰ ਸਾਡੀਆਂ ਮੂਵਮੈਂਟਸ ਦਾ ਵੀ ਪਤਾ ਲੱਗਣਾ ਚਾਹੀਦਾ ਕਿ ਕਿਸ ਤਰ੍ਹਾਂ ਕਿਸਾਨਾਂ ਨੇ, ਕਿਸ ਤਰ੍ਹਾਂ ਮਜ਼ਦੂਰਾਂ ਨੇ ਆਪਣੀ ਐਜੀਟੇਸ਼ਨ ਕਰਕੇ, ਆਪਣੇ ਪ੍ਰੋਟੈਸਟ ਕਰਕੇ ਆਪਣੇ ਹੱਕਾਂ ਵਾਸਤੇ ਜਿਹੜੀ ਆ ਉਹ ਲੜਾਈ ਲੜੀ ਸੀਗੀ। ਅੱਜ ਸਮਾਂ ਆ, ਦੇਖਦੇ ਆ ਕਿੰਨਾ ਕੁ ਅਕਾਲੀ ਦਲ ਜਾਂ ਕਾਂਗਰਸ ਵਾਲੇ ਕਿੰਨਾ ਕੁ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨੇ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਸਾਡੀਆਂ ਮੂਵਮੈਂਟਸ ਤੋਂ ਵਾਂਝੇ ਕਰਨ ਦੀਆਂ, ਇਹਦਾ ਕਿੰਨਾ ਕੁ ਵਿਰੋਧ ਜਿਹੜਾ ਆ ਉਹ ਕਰਦੇ ਨੇ। ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ, ਅਸੀਂ ਕੋਸ਼ਿਸ਼ ਕੀਤੀ ਆ ਕਿ ਮਜ਼ਦੂਰ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ। ਜਿਵੇਂ ਜੇ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਤੇ 28,873 ਨੌਕਰੀਆਂ ਜਿਹੜੀਆਂ ਨੇ ਹੁਣ ਤੱਕ ਸਰਕਾਰੀ ਦਿੱਤੀਆਂ ਜਾ ਚੁੱਕੀਆਂ ਨੇ। ਸਰਕਾਰੀ ਨੌਕਰੀਆਂ ਦਾ ਮੈਂ ਜ਼ਿਕਰ ਇਸ ਕਰਕੇ ਕਰਦਾ ਹਾਂ ਕਿ ਇਹ ਵੀ ਇੱਕ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸਾਡੇ ਭਰਾ ਜਿਹੜੇ ਨੇ ਉਹ ਆਉਂਦੇ ਨੇ। ਸੋ ਜਿੰਨਾ ਵੀ ਆਰਗੇਨਾਈਜ਼ਡ ਸੈਕਟਰ ਵਧੂਗਾ ਉਨਾ ਹੀ ਸਾਡੀ ਡਿਵੈਲਪਮੈਂਟ ਜਾਂ ਵਿਕਾਸ ਦੇ ਕਾਰਜ ਜਿਹੜੇ ਆ ਉਹ ਜ਼ਿਆਦਾ ਹੋਣਗੇ। ਸੋ ਮਜ਼ਦੂਰਾਂ ਦੀ ਗੱਲ ਕਰੀਏ, ਮੈਂ PSPCL ਦੀ ਗੱਲ ਕਰਦਾ ਹਾਂ। PSPCL ਦੇ ਵਿੱਚ ਅਸੀਂ 600 ਯੂਨਿਟ ਡੋਮੈਸਟਿਕ ਜਿਹੜੀ ਆ ਪਿਛਲੇ ਸਾਲ ਜੁਲਾਈ ਤੋਂ ਅਸੀਂ ਫ੍ਰੀ ਦਿੱਤੀ ਹੋਈ ਆ, ਔਰ ਇਹਦੇ ਨਾਲ ਲਗਭਗ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ, ਔਰ ਉਹ 90% ਦੇ ਵਿੱਚ ਜਿਹੜੇ ਨੇ ਉਹ ਸਾਡੇ ਮਜ਼ਦੂਰ ਭੈਣ ਭਰਾ ਹੀ ਨੇ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਜਿੰਨਾ ਚਿਰ ਤੱਕ ਅਸੀਂ ਉਹਨਾਂ ਦੇ ਬਿਜਲੀ ਦੇ ਨਾਲ ਘਰ ਨਾ ਰੋਸ਼ਨਾਏ ਉਹਨਾਂ ਚਿਰ ਤੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਆਉਣੀ ਵੀ ਜਿਹੜੀ ਆ ਉਹ ਸੰਭਵ ਨਹੀਂ ਹੈ। ਸੋ ਅਸੀਂ ਇੱਕ ਇਹ ਆਪਣੀ ਸਾਡੀ ਗਰੰਟੀ ਵੀ ਸੀਗੀ ਚੋਣ ਵਾਅਦੇ ਦੇ ਦੌਰਾਨ, ਅਸੀਂ ਇਹਨੂੰ ਪੂਰਾ ਕਰਕੇ ਸਾਨੂੰ ਖੁਸ਼ੀ ਵੀ ਹੋਈ ਆ, ਔਰ 90% ਬਿਜਲੀ ਦੇ ਬਿੱਲ ਆਲਮੋਸਟ ਸਾਰੇ ਮਜ਼ਦੂਰ ਸਾਡੇ ਭਰਾ ਜਿਹੜੇ ਨੇ ਉਹ ਇਸ ਸਕੀਮ ਦਾ ਲਾਭ ਲੈ ਰਹੇ ਨੇ। ਹੁਣ ਅਸੀਂ ਜਦੋਂ ਵੀ ਕਿਤੇ ਜਾਂਦੇ ਆ ਬੀਇੰਗ ਬਿਜਲੀ ਮੰਤਰੀ, ਲੋਕਾਂ ਦਾ ਚਿਹਰਾ ਜਿਹੜਾ ਆ ਉਹ ਪਹਿਲੇ ਨਾਲੋਂ ਹਸਮੁਖ ਹੱਸਦਾ ਚਿਹਰਾ ਦਿਖਦਾ, ਕਿਉਂਕਿ ਹਰ ਘਰ ਦਾ ਕੋਈ 6-7-8 ਹਜ਼ਾਰ ਰੁਪਈਆ ਜਿਹੜਾ ਮਹੀਨੇ ਦਾ ਉਹਨਾਂ ਦਾ ਬਚਣਾ ਸ਼ੁਰੂ ਹੋ ਗਿਆ ਹੈ। PSPCL ਦੇ ਵਿੱਚ ਵੀ ਸਾਡੇ ਵਰਕਰ ਭਰਾ ਕਾਫੀ ਕੰਮ ਕਰਦੇ ਨੇ। ਜਿਵੇਂ ਥਰਮਲ ਪਲਾਂਟ ਨੇ ਸਾਡੇ ਰੋਪੜ ਦੇ ਵਿੱਚ, ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ ਆ। ਉੱਥੇ ਮੈਂ ਗਿਆ ਵਿਜ਼ਿਟ ਕਰਨ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਬੜੀਆਂ ਸਥਿਤੀਆਂ ਜਿਹੜੀਆਂ ਕਠਿਨ ਉਹਦੇ ਵਿੱਚ ਕੰਮ ਕਰਦੇ ਹਾਂ, ਕਿਉਂਕਿ ਥਰਮਲ ਪਲਾਂਟ ਦੇ ਉੱਤੇ ਕੰਮ ਕਰਨਾ ਬੜਾ ਔਖਾ ਹੈ। ਸੋ ਵਰਕਰਸ ਦੀ ਡਿਮਾਂਡ ਸੀਗੀ, ਸੋ ਅਸੀਂ ਉੱਥੇ ਹੀ ਮੈਂ ਉਹਨਾਂ ਦੀ 1000 ਰੁਪਇਆ ਕਿ ਸਾਡਾ ਵਧਾ ਦਿਓ, ਮੌਕੇ ਤੇ ਹੀ ਅਸੀਂ ਉਹਨਾਂ ਦਾ 1000 ਰੁਪਇਆ ਜਿਹੜਾ ਭੱਤਾ ਸੀਗਾ ਉਹ ਵਧਾਤਾ, ਜੋ ਡੇਲੀ ਬੇਸਿਸ ਆ ਉਹ ਤੇ ਮਿਲਦੀਆਂ ਹੀ ਨੇ। ਉਸ ਤੋਂ ਇਲਾਵਾ ਵੀ ਉਹਨਾਂ ਦੀ ਇਹ ਜਿਹੜੀ ਮੰਗ ਆ ਉਹ ਪੂਰੀ ਕੀਤੀ ਤਾਂ ਕਿ ਕਿਸੇ ਤਰ੍ਹਾਂ ਵੀ ਕੋਈ ਵਾਂਝਾ ਨਾ ਰਵੇ। ਜਿਹੜੇ ਸਾਡੇ ਆਊਟਸੋਰਸਿੰਗ ਤੇ ਮੁਲਾਜ਼ਮ ਲੱਗੇ ਨੇ ਬਿਜਲੀ ਬੋਰਡ ਦੇ ਵਿੱਚ, ਉਹਦੇ ਵਿੱਚ ਵੀ ਅਸੀਂ ਵੈਸੇ ਤਾਂ ਜ਼ਿੰਮੇਵਾਰੀ ਆਊਟਸੋਰਸਿੰਗ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਹੁੰਦੀ ਆ, ਪਰ ਅਸੀਂ ਵੀ ਖੁਦਾ ਨਾ ਖਾਸਤਾ ਕਿਸੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਆ, ਕੋਈ ਐਕਸੀਡੈਂਟਲ ਡੈਥ ਹੁੰਦੀ ਆ ਜਾਂ ਕੋਈ ਇੰਜਰਡ ਹੋ ਜਾਂਦਾ ਆ, ਤੇ 5 ਲੱਖ ਰੁਪਇਆ ਜਿਹੜਾ ਆ PSPCL ਵੀ ਉਹਨਾਂ ਨੂੰ ਮੌਕੇ ਤੇ ਜਿਹੜਾ ਆ ਉਹ ਦਿੰਦੀ ਆ, ਤਾਂ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਜਿਹੜਾ ਆ ਉਹ ਠੀਕ ਤਰੀਕੇ ਦੇ ਨਾਲ ਚੱਲ ਸਕੇ। ਸੋ ਪਿਛਲੇ ਦਿਨ ਇਹ ਕੈਬਨਿਟ ਦੇ ਵਿੱਚ ਇੱਕ ਅਸੀਂ ਫੈਸਲਾ ਵੀ ਲਿਆ। ਉਹਦੇ ਵਿੱਚ ਇਹ ਆ ਕਿ ਜਦੋਂ ਵੀ ਕਿਤੇ ਕੋਈ ਮੌਸਮ ਖਰਾਬ ਕਰਕੇ, ਗੜੇਮਾਰੀ ਕਰਕੇ ਜਾਂ ਬਾਰਿਸ਼ ਕਰਕੇ ਫਸਲਾਂ ਖਰਾਬ ਹੁੰਦੀਆਂ ਨੇ ਤੇ ਉਹਦੇ ਵਿੱਚ ਕੰਪਨਸੇਸ਼ਨ ਜਿਹੜਾ ਆ ਉਹ ਓਨਰ ਨੂੰ ਤੇ ਮਿਲਦਾ ਸੀਗਾ, ਓਨਰ ਨੂੰ ਖਰਾਬਾ ਜਿਹੜਾ ਉਹ ਮਿਲਦਾ ਸੀਗਾ, ਪਰ ਮਜ਼ਦੂਰ ਭਰਾਵਾਂ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਸੀਗਾ। ਸੋ ਮਾਨ ਸਰਕਾਰ ਨੇ 10ਵਾਂ ਹਿੱਸਾ 10% ਜਿਹੜਾ ਆ ਉਹ ਮਜ਼ਦੂਰਾਂ ਵਾਸਤੇ ਵੀ ਨਿਸ਼ਚਿਤ ਕਰ ਦਿੱਤਾ। ਜੇ ਕਿਸੇ ਕਿਸਾਨ ਭਰਾ ਦਾ ਜਾਂ ਜਿਹੜੇ ਮਾਲਕ ਨੇ ਉਹਨਾਂ ਦਾ ਜੇ 15,000 ਦਾ ਉਹਨਾਂ ਨੂੰ ਮੁਆਵਜ਼ਾ ਮਿਲ ਰਿਹਾ ਤੇ 1500 ਰੁਪਇਆ ਉੱਥੇ ਜਿਹੜੇ ਲੋਕ ਜਿਨ੍ਹਾਂ ਨੇ ਮਜ਼ਦੂਰਾਂ ਨੇ ਉੱਥੇ ਕੰਮ ਕਰਨਾ ਸੀਗਾ ਉਹਨਾਂ ਦੀ ਵੀ ਰੋਜੀ ਰੋਟੀ ਉੱਥੋਂ ਹੀ ਬਣਨੀ ਸੀਗੀ। ਸੋ 10% ਉਹਨਾਂ ਵਾਸਤੇ ਵੀ ਜਿਹੜਾ ਆ ਉਹ ਨਿਸ਼ਚਿਤ ਕੀਤਾ ਗਿਆ। 3578 ਅਸੀਂ PSPCL ਦੇ ਵਿੱਚ ਨੌਕਰੀਆਂ ਵੀ ਦਿੱਤੀਆਂ ਨੇ। ਸੋ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਹਾਂ ਕਿ ਜਿੰਨਾ ਵੀ ਮਜ਼ਦੂਰਾਂ ਵਾਸਤੇ ਕਰ ਸਕੀਏ ਉਨਾ ਹੀ ਥੋੜ੍ਹਾ ਆ, ਕਿਉਂਕਿ ਇਹ ਉਹ ਵਰਗ ਆ ਜਿਹੜਾ ਅੱਜ ਤੱਕ ਡਿਪਰਾਈਵਡ ਰਿਹਾ ਹੈ, ਵੰਚਿਤ ਰਿਹਾ ਹੈ। ਜੇ ਅੱਜ ਇਹਨਾਂ ਦੇ ਬੱਚੇ, ਮਜ਼ਦੂਰ ਭਰਾਵਾਂ ਦੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਨੇ, ਜ਼ਿਆਦਾਤਰ ਤਾਦਾਦ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਕੋਲ ਗਰੀਬ ਬੱਚਿਆਂ ਦੀ ਆ, ਮਜ਼ਦੂਰ ਵਰਗ ਦੇ ਬੱਚਿਆਂ ਦੀ ਆ। ਸੋ ਅਸੀਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੀ ਜਿਹੜੀ ਸਥਿਤੀ ਆ ਉਹਨੂੰ ਸੁਧਾਰਨ ਦੇ ਵਿੱਚ ਲੱਗੇ ਹੋਏ ਆ। ਇਸ ਵਾਰੀ ਕਾਫੀ ਇਨਰੋਲਮੈਂਟ ਜਿਹੜੀ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਵਧੀ ਆ, ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤਾਂ ਕਿ ਸਾਡੇ
ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹ ਵਧੀਆ ਉੱਚ ਪਾਏ ਦੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਆ ਉਹ ਜਾ ਸਕਣ। ਇੱਕ ਮਜ਼ਦੂਰ ਵਰਗ ਦੀ ਹੋਰ ਵੀ ਬੜੀ ਪ੍ਰੋਬਲਮ ਆ ਕਿ ਜਦੋਂ ਵੀ ਕਿਤੇ ਘਰ ਦੇ ਵਿੱਚ ਕੋਈ ਰੱਬ ਨਾ ਕਰੇ ਬਿਮਾਰ ਹੋ ਜਾਂਦਾ ਹੈ ਤੇ ਦਵਾਈ ਵਗੈਰਾ ਜਾਂ ਟੈਸਟਾਂ ਦੀ ਬੜੀ ਪ੍ਰੋਬਲਮ ਆ। ਇਹਦੇ ਵਾਸਤੇ ਮੁਹੱਲਾ ਕਲੀਨਿਕ ਜਿਹੜੇ ਆ ਅਸੀਂ ਖੋਲ੍ਹ ਰਹੇ ਹਾਂ। 500 ਮੁਹੱਲਾ ਕਲੀਨਿਕ ਅਸੀਂ ਖੋਲ੍ਹ ਦਿੱਤੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁਹੱਲਾ ਕਲੀਨਿਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਉਹ ਖੋਲ੍ਹੇ ਜਾ ਰਹੇ ਨੇ। ਸੋ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਮਜ਼ਦੂਰ ਦਿਵਸ ਦੇ ਉੱਤੇ ਮੈਂ ਸਾਰੇ ਹੀ ਆਪਣੇ ਮਜ਼ਦੂਰ ਭਰਾਵਾਂ ਨੂੰ ਸਜਦਾ ਕਰਦਾ ਹਾਂ ਤੇ ਨਾਲ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਆਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਸਿਹਤਯਾਬ ਰੱਖੇ, ਉਹ ਆਪਣੇ ਘਰਾਂ ਦੇ ਵਿੱਚ ਸੁਖੀ ਸਾਂਦੀ ਵਸਣ, ਆਪਣੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਜਿਹੜਾ ਆ ਉਹ ਪਾਉਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਸਾਹਿਬ, ਹੁਣ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ ਹੈ। ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਕਿੱਥੇ ਨੇ ਚੁਟਕੀ ਵਜਾ ਕੇ ਐਮਐਸਪੀ ਦੇਣ ਵਾਲੇ, ਕੀ ਮਜ਼ਦੂਰਾਂ ਦੀ ਗੱਲ ਕਰਦੇ ਨੇ ਜਾਂ ਕੇਂਦਰ ਦੀ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ, ਤੇ ਉਹਨਾਂ ਨੂੰ ਐਮਐਸਪੀ ਦੇਣ ਵਾਲੇ ਕਿੱਥੇ? ਦੇਖੋ ਮੇਰੀ ਗੱਲ ਸੁਣੋ, ਇੱਕ ਸਾਲ ਹੋਇਆ ਆਮ ਆਦਮੀ ਪਾਰਟੀ ਨੂੰ, ਔਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜੇਕਰ ਦੇਖੀਏ, ਰਾਜਨੀਤੀ ਦੇ ਵਿੱਚ ਦੇਖੀਏ ਤੇ ਇੱਕ ਸਾਲ ਜਿਹੜਾ ਆ ਕੋਈ ਬੜਾ ਵੱਡਾ ਅਰਸਾ ਜਿਹੜਾ ਆ ਉਹ ਸਮਾਂ ਨਹੀਂ ਹੁੰਦਾ, ਕਿਉਂਕਿ 70-75 ਸਾਲ ਦੇ ਵਿੱਚ ਜੋ ਰਾਜ ਹੋਏ ਨੇ, ਜੋ ਸਰਕਾਰਾਂ ਨੇ ਕੀਤਾ ਆ, ਉਹਨੂੰ ਇੱਕ ਸਾਲ ਦੇ ਵਿੱਚ ਸਾਰੇ ਨੂੰ ਠੀਕ ਕਰਨਾ ਜਿਹੜਾ ਉਹ ਸੰਭਵ ਨਹੀਂ ਹੈ। ਪਰ ਇੱਕ ਸਾਲ ਦੇ ਵਿੱਚ ਜਿੰਨੀਆਂ ਸਹੂਲਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਦਿੱਤੀਆਂ ਨੇ, ਜਦੋਂ ਵੀ ਅਸੀਂ ਇਹਨੂੰ ਪੁਰਾਣੀਆਂ ਕਿਸੇ ਸਹੂਲਤਾਂ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਤੇ ਇਹ ਜ਼ਰੂਰ ਲੱਗਦਾ ਹੈ ਕਿ ਸਟਾਰਟ ਜਿਹੜਾ ਆਮ ਆਦਮੀ ਪਾਰਟੀ ਦਾ ਆ ਇਹ ਬਹੁਤ ਵਧੀਆ। ਪਹਿਲੇ ਸਾਲ ਦੇ ਵਿੱਚ 600 ਯੂਨਿਟ ਬੱਤੀ ਫ੍ਰੀ ਦੇ ਦੇਣੀ, ਉਹ ਵੀ ਵਿਦਨ 3 ਮੰਥਸ। ਸਰਕਾਰ ਬਣਨ ਨੂੰ ਅਜੇ 3 ਮਹੀਨੇ ਹੋਏ ਸੀਗੇ। ਸਾਨੂੰ ਕੋਈ ਉਸ ਵੇਲੇ ਕੋਈ ਇਲੈਕਸ਼ਨ ਨਹੀਂ ਸੀਗੀ ਕਿ ਅਸੀਂ ਕਹੀਏ ਕਿ ਇਲੈਕਸ਼ਨ ਆ ਗਈ ਆ, ਇਲੈਕਸ਼ਨ ਕਰਕੇ ਅਸੀਂ ਆਹ ਕਰ ਰਹੇ ਹਾਂ। ਅਸੀਂ ਲੋਕਾਂ ਦੀ ਭਲਾਈ ਵਾਸਤੇ ਆਏ ਹਾਂ, ਲੋਕਾਂ ਦੇ ਵਿਕਾਸ ਵਾਸਤੇ ਆ। ਹੌਲੀ ਹੌਲੀ ਸਾਰੀਆਂ ਗਰੰਟੀਆਂ ਦੇ ਰੂਪ ਦੇ ਵਿੱਚ ਜੋ ਕੁਝ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ, ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ, ਅਸੀਂ ਹੌਲੀ ਹੌਲੀ 4 ਸਾਲ ਦੇ ਵਿੱਚ ਆਪਣੀ ਹਰ ਗਰੰਟੀ ਜਿਹੜੀ ਆ ਉਹ ਪੂਰੀ ਕਰਾਂਗੇ। ਪੈਡੀ ਸੀਜ਼ਨ ਆ ਰਿਹਾ ਜੀ, ਗਰਮੀ ਦਾ ਸੀਜ਼ਨ ਆ ਰਿਹਾ, ਬਿਜਲੀ ਡਿਪਾਰਟਮੈਂਟ ਦੀ ਕੀ ਤਿਆਰੀ ਹੈ ਆਪਣੇ ਥਰਮਲ ਪਲਾਂਟ ਨੂੰ ਲੈ ਕੇ, ਔਰ ਕੋਲੇ ਦੀ ਕੋਈ ਕਮੀ ਇਸ ਵਾਰ ਤਾਂ ਨਹੀਂ ਨਜ਼ਰ ਆਏਗੀ? ਦੇਖੋ, ਕੋਲੇ ਦੀ ਕਮੀ ਪਿਛਲੇ ਸਾਲ ਸਾਡੇ ਕੋਲ ਹੈ ਸੀ, ਪਰ ਅਸੀਂ ਪਿਛਲੇ ਸਾਲ ਕੋਲੇ ਦੀ ਕਮੀ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ 14,311 ਮੈਗਾਵਾਟ ਬਿਜਲੀ ਜਿਹੜੀ ਆ ਮੈਕਸਿਮਮ ਜਿਹੜੀ ਸੀਗੀ ਉਹ ਦਿੱਤੀ। ਇਸ ਵੇਲੇ ਸਾਨੂੰ ਲੱਗਦਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਕੋਈ 15,000 ਮੈਗਾਵਾਟ ਜਾਂ 15,500 ਮੈਗਾਵਾਟ ਦੀ ਸਾਨੂੰ ਜ਼ਰੂਰਤ ਪਏਗੀ। ਉਹਦੇ ਵਾਸਤੇ ਅਸੀਂ ਇੱਕ ਤੇ ਆਪਣੀ ਟਰਾਂਸਮਿਸ਼ਨ ਕਪੈਸਿਟੀ ਜਿਹੜੀ ਆ ਵਧਾਈ ਆ। ਪਹਿਲਾਂ ਸਾਡੀ ਟਰਾਂਸਮਿਸ਼ਨ ਦੀ ਕਪੈਸਿਟੀ 7100 ਮੈਗਾਵਾਟ ਸੀਗੀ, ਜਿਹੜੀ ਅਸੀਂ ਪਿਛਲੇ 1 ਸਾਲ ਦੇ ਵਿੱਚ ਇਹਨੂੰ 8500 ਮੈਗਾਵਾਟ ਕੀਤਾ। ਦੂਸਰੇ ਨੰਬਰ ਤੇ ਝਾਰਖੰਡ ਦੇ ਵਿੱਚ ਸਾਡੀ ਇੱਕ ਪਛਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ। ਅਸੀਂ ਉੱਥੇ ਆਪਣੇ ਚੀਫ ਇੰਜੀਨੀਅਰ ਭੇਜ ਕੇ, ਸਟਾਫ ਭੇਜ ਕੇ ਅਸੀਂ ਉਹਨੂੰ ਆਪਰੇਟਿਵ ਜਿਹੜਾ ਕਰਾਇਆ। ਇਸ ਵੇਲੇ 185 ਰੇਕਸ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ। ਕਾਫੀ ਕੋਲਾ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਹੈ, ਜਿੱਥੇ ਪਿਛਲੇ ਸਾਲ ਇਹ ਕਹਿਣਾ ਪੈਂਦਾ ਸੀਗਾ ਕਿ ਜਾਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਸੀਗੀਆਂ ਕਿ 2 ਦਿਨ ਦਾ ਕੋਲਾ ਰਹਿ ਗਿਆ, 3 ਦਿਨ ਦਾ ਰਹਿ ਗਿਆ, ਬਲੈਕ ਆਊਟ ਹੋਊਗਾ। ਇਸ ਵੇਲੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਇਸ ਵੇਲੇ 35 ਦਿਨ ਤੋਂ ਵੱਧ ਦਾ ਕੋਲਾ ਜਿਹੜਾ ਆ ਸਾਡੇ ਕੋਲ ਸਟਾਕ ਦੇ ਵਿੱਚ ਹੈ। ਸਾਡੀ ਸਫੀਸ਼ੀਐਂਟ ਕੁਆਂਟੀਟੀ ਆ, ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਸਾਡੀ ਟਰਾਂਸਮਿਸ਼ਨ ਕਪੈਸਿਟੀ ਵੱਧ ਚੁੱਕੀ ਆ। ਸਾਡੇ ਜਿਹੜੀ ਜਨਰੇਸ਼ਨ ਆ ਬਿਜਲੀ ਦੀ ਜਿਹੜੀ ਕਿ 101% ਵਧੀ ਆ, 101% ਰੋਪੜ ਤੋਂ ਤੇ ਲਹਿਰਾ ਮੁਹੱਬਤ ਤੋਂ ਵਧੀ ਆ। ਇਹ ਵੀ ਜਿਹੜੀ ਵਧਾਉਣ ਦੇ ਵਿੱਚ ਮਜ਼ਦੂਰ ਵਰਗ ਦਾ ਬਹੁਤ ਵੱਡਾ ਯੋਗਦਾਨ ਆ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ 1000 ਰੁਪਏ ਦੀ ਉਹਨਾਂ ਦੀ ਮੰਗ ਪੂਰੀ ਕੀਤੀ। ਮੈਂ ਉਹਨਾਂ ਦੀ ਇਸੇ ਹੀ ਜਿਹੜੀ ਮੈਨੂੰ ਖੁਸ਼ੀ ਸੀਗੀ ਕਿ ਉਹਨਾਂ ਨੇ ਬੜਾ ਮਿਹਨਤ ਕਰਕੇ ਜਿਹੜੀ ਆ ਦੁੱਗਣੀ ਪੈਦਾਵਾਰ ਜਿਹੜੀ ਆ ਉਹ ਕਰ ਦਿੱਤੀ ਆ। ਸੋ ਸਾਡੇ ਕੋਲ ਇਸ ਵੇਲੇ ਬਿਜਲੀ ਦੀ ਕੋਈ ਕਮੀ ਨਹੀਂ ਹੈ।